ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ ਦੋਸਤੋ। ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਪਿਛਲੇ ਇੱਕ ਹਫ਼ਤੇ ਦੇ ਵਾਂਗ ਬੇਹੱਦ ਗਰਮੀ ਰਹੀ ਹੈ। ਪਾਰਾ 30 ਡਿਗਰੀ ਤੱਕ ਪਹੁੰਚ ਗਿਆ। ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਬੱਦਲਬਾਈ ਦੀ ਸੰਭਾਵਨਾ ਹੈ ਤੇ ਕਈ ਥਾਵਾਂ ਦੇ ਉੱਤੇ ਬੂੰਦਾਬਾਂਦੀ ਦੇ ਵੀ ਅਸਾਰ ਨਜ਼ਰ ਆ ਰਹੇ ਆ। ਜਿਸ ਤਰੀਕੇ ਦੇ ਨਾਲ ਗਰਮੀ ਵਧੀ ਹੈ, ਜੇਕਰ ਮੀਂਹ ਨਾ ਪਿਆ ਤਾਂ ਗਰਮੀ ਹੋਰ ਵਧੇਰੇ ਕਰਮ ਦੇ ਵਿੱਚ ਹੋਣੀ ਆ ਤੇ ਐਤਕੀ ਫਰਵਰੀ ਮਹੀਨੇ ਦੇ ਵਿੱਚ ਹੀ ਅਸੀਂ ਰਿਕਾਰਡ ਤੋੜ ਗਰਮੀ ਦੇ ਵੱਲ ਵਧ ਰਹੇ ਹਾਂ। ਸੋ ਮੌਸਮ ਵਿਭਾਗ ਦੀ ਭਵਿੱਖਬਾਣੀ ਕਿੰਨੀ ਕੁ ਸਹੀ ਸਾਬਤ ਹੁੰਦੀ ਹੈ ਵਕਤ ਦੱਸੂਗਾ, ਪਰ ਪੰਜਾਬ, ਹਰਿਆਣਾ ਤੇ ਦਿੱਲੀ ਦੇ ਵਿੱਚ ਮੌਸਮ ਦੇ ਵਿੱਚ ਬਹੁਤ ਵੱਡੀ ਤਬਦੀਲੀ ਆਈ ਹੈ। ਗਰਮੀ ਦੇ ਵਿੱਚ ਅਸੀਂ ਪੈਰ ਧਰ ਲਿਆ ਤੇ ਦਿੱਲੀ ਦੇ ਬਾਰਡਰ ਦੇ ਉੱਤੇ ਵੀ ਲਗਾਤਾਰ ਜ਼ਿਆਦਾ ਗਰਮੀ ਹੋਣ ਦੇ ਕਰਕੇ ਉੱਥੇ ਹੁਣ ਠੰਡੀ ਤਸੀਰ ਵਾਲੀਆਂ ਚੀਜ਼ਾਂ ਦਾ ਵਿਤਰਨ ਹੈ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ। ਯਾਨੀ ਕਿ ਉੱਥੇ ਹੁਣ ਲੰਗਰ ਆ ਜਿਹੜੇ ਉਹ ਸ਼ਿਕੰਜਵੀ ਦੇ ਵੀ ਸ਼ੁਰੂ ਹੋ ਜਾਣੇ ਆ, ਯਾਨੀ ਕਿ ਛਬੀਲਾਂ ਸ਼ੁਰੂ ਹੋ ਜਾਣੀਆਂ। ਹੋਰ ਉੱਥੇ ਠੰਡੀਆਂ ਚੀਜ਼ਾਂ ਜਿਹੜੀਆਂ ਉਹ ਦਾਨੀ ਸੱਜਣਾਂ ਦੇ ਵੱਲੋਂ ਵਰਤਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਇਸ ਵਕਤ ਉੱਥੇ ਲੋੜ ਹੈਗੀ ਆ ਡਾਕਟਰੀ ਕੈਂਪਾਂ ਦੀ ਤੇ ਆਉਂਦੇ ਦਿਨਾਂ ਦੇ ਵਿੱਚ ਇਹ ਲੋੜ ਹੋਰ ਵੀ ਵਧਣੀ ਆ, ਕਿਉਂਕਿ ਜਦੋਂ ਮੌਸਮ ਬਦਲਦਾ ਉਦੋਂ ਵੀ ਕਈ ਤਰ੍ਹਾਂ ਦੇ ਰੋਗ ਘੇਰਾ ਘੱਟਦੇ ਆ ਤੇ ਜਦੋਂ ਗਰਮੀ ਦਾ ਸਿਖਰ ਹੋਇਆ ਉਦੋਂ ਮੱਛਰ ਦੀ ਭਰਮਾਰ ਹੋਣ ਕਰਕੇ ਕਈ ਸਮੱਸਿਆਵਾਂ ਹੋਰ ਆ ਸਕਦੀਆਂ ਤੇ ਅੰਦੋਲਨ ਦਾ ਕੋਈ ਪਤਾ ਨਹੀਂ ਕਿੰਨਾ ਲੰਮਾ ਸਮਾਂ ਹੋਰ ਚਲਾਉਣਾ ਪਵੇ। ਇਸ ਕਰਕੇ ਅਗਲੀਆਂ ਲੋੜਾਂ ਦੀ ਪੂਰਤੀ ਦੇ ਲਈ ਹੁਣੇ ਤੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਹੁਣ ਜੇ ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਜਨਾਬ ਸਰਦੂਲ ਸਿਕੰਦਰ ਹੋਰਾਂ ਨੂੰ ਸਪੁਰਦੇ ਖਾਕ ਕਰਨ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਖੇੜੀ ਨੌਧ ਸਿੰਘ ਪਿੰਡ ਜਿਹੜਾ ਕਿ ਖੰਨੇ ਦੇ ਲਾਗੇ ਆ, ਉੱਥੇ ਉਹਨਾਂ ਦੇ ਪ੍ਰੇਮੀ ਸਰਦੂਲ ਸਿਕੰਦਰ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਕਲਾਕਾਰ ਭਾਈਚਾਰਾ, ਰਾਜਨੀਤਿਕ ਲੋਕ ਉੱਥੇ ਪਹੁੰਚੇ ਆ। ਸਭ ਨੇ ਸੇਜਲ ਅੱਖਾਂ ਦੇ ਨਾਲ ਉਹਨਾਂ ਨੂੰ ਅੰਤਮ ਵਿਦਾਈ ਦਿੱਤੀ ਹੈ। ਆਪਾਂ ਸਾਰੇ ਜਾਣਦੇ ਹਾਂ ਕਿ ਸਰਦੂਲ ਸਿਕੰਦਰ ਦੀ ਮੌਤ ਆ ਜਿਹੜੀ ਉਹ ਲੰਘੇ ਦਿਨੀ ਹੋ ਗਈ ਸੀ। ਉਸ ਤੋਂ ਬਾਅਦ ਸੰਗੀਤ ਜਗਤ ਦੇ ਵਿੱਚ ਇੱਕ ਸੋਗ ਦੀ ਲਹਿਰ ਦੌੜ ਗਈ। ਸੋ ਸਰਦੂਲ ਸਿਕੰਦਰ ਨੂੰ ਦਫਨਾਉਣ ਦੇ ਲਈ, ਸਪੁਰਦੇ ਖਾਕ ਕਰਨ ਦੇ ਲਈ ਪਿੰਡ ਦੇ ਸਰਪੰਚ ਦੇ ਵੱਲੋਂ ਆਪਣੀ ਜ਼ਮੀਨ ਦਿੱਤੀ ਗਈ ਹੈ। ਉਸ ਜ਼ਮੀਨ ਦੇ ਵਿੱਚ ਉਹਨਾਂ ਨੂੰ ਸਪੁਰਦੇ ਖਾਕ ਕੀਤਾ ਗਿਆ। ਇਸ ਦੁਨੀਆ ਦੇ ਉੱਤੇ ਰਹਿਣਾ ਕਿਸੇ ਨੇ ਵੀ ਨਹੀਂ, ਸਭ ਨੇ ਤੁਰ ਜਾਣਾ, ਅਸੀਂ ਵੀ ਤੁਰ ਜਾਣਾ, ਤੁਸੀਂ ਵੀ ਤੁਰ ਜਾਣਾ। ਪਰ ਜਿਹੜੇ ਲੋਕਾਂ ਨੇ ਆਪਣੀ ਕਲਾ ਦੇ ਨਾਲ ਲੋਕਾਂ ਦਾ ਮਨ ਮੋਹਿਆ ਹੁੰਦਾ ਉਹਨਾਂ ਨੂੰ ਉਵੇਂ ਹੀ ਦੁਖੀ ਹਿਰਦੇ ਨਾਲ ਚੇਤੇ ਕੀਤਾ ਜਾਂਦਾ, ਉਵੇਂ ਹੀ ਉਹ ਹਰ ਬੰਦਾ ਇਹ ਪੀੜ ਮਹਿਸੂਸ ਕਰਦਾ ਜਿਵੇਂ ਸਾਡੇ ਟੱਬਰ ਦਾ ਜੀ ਚਲਾ ਗਿਆ ਹੋਵੇ, ਜਿਵੇਂ ਕਿ ਸਰਦੂਲ ਸਿਕੰਦਰ ਦੇ ਜਾਣ ਤੋਂ ਬਾਅਦ ਇਹ ਪੀੜ ਮਹਿਸੂਸ ਕੀਤੀ ਜਾ ਰਹੀ ਹੈ। ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਆ ਹਰਿਆਣੇ ਦੇ ਇੱਕ ਵਿਧਾਇਕ ਨੂੰ ਇਨਕਮ ਟੈਕਸ ਵਿਭਾਗ ਦੇ ਵੱਲੋਂ ਖੱਜਲ ਕਰਨ ਦੇ ਨਾਲ ਜੁੜੀ ਕਹਿ ਲਈਏ, ਜਾਂ ਇਹ ਗੱਲ ਕਹਿ ਲਈਏ ਵੀ ਜੇਕਰ ਬੀਜੇਪੀ ਦੇ ਨਾਲੋਂ ਨਾਤਾ ਤੋੜਿਆ, ਬੀਜੇਪੀ ਦੇ ਨਾਲੋਂ ਆਪਣਾ ਸਾਥ ਛੱਡਿਆ ਹੈਗਾ ਤਾਂ ਉਸ ਤੋਂ ਬਾਅਦ ਸਰਕਾਰ ਦੇ ਵੱਲੋਂ ਜਾਂ ਕਹਿ ਲਈਏ ਇਨਕਮ ਟੈਕਸ ਵਿਭਾਗ ਦੇ ਵੱਲੋਂ ਘੇਰਾ ਘੱਤ ਲਿਆ ਗਿਆ। ਆਪਾਂ ਸਾਰੇ ਜਾਣਦੇ ਹਾਂ ਕਿ ਬੀਜੇਪੀ ਦੇ ਵਿੱਚ ਸਰਕਾਰ ਆ ਜਿਹੜੀ ਉਹ ਜਨ ਨਾਇਕ ਜਨਤਾ ਪਾਰਟੀ ਦੇ ਸਹਿਯੋਗ ਨਾਲ ਬਣੀ ਆ, ਪਰ ਆਜ਼ਾਦ ਵਿਧਾਇਕ ਦੇ ਵੱਲੋਂ ਵੀ ਸਮਰਥਨ ਦਿੱਤਾ ਗਿਆ ਸੀ। ਸਮਰਥਨ ਉਹਨੇ ਵਾਪਸ ਲੈ ਲਿਆ। 26 ਤਰੀਕ ਦੀ ਟਰੈਕਟਰ ਪਰੇਡ ਦੇ ਵਿੱਚ ਉਹ ਵੀ ਵਿਧਾਇਕ ਸ਼ਾਮਲ ਹੋਇਆ, ਆਜ਼ਾਦ ਵਿਧਾਇਕ। ਉਸ ਤੋਂ ਬਾਅਦ ਉਹਦੀਆਂ ਮੁਸੀਬਤਾਂ ਦੇ ਵਿੱਚ ਵਾਧਾ ਹੋ ਗਿਆ। ਇਨਕਮ ਟੈਕਸ ਡਿਪਾਰਟਮੈਂਟ ਦੇ ਵੱਲੋਂ ਉਸ ਵਿਧਾਇਕ ਦੇ ਘਰ, ਉਹਦੇ ਰਿਸ਼ਤੇਦਾਰਾਂ ਦੇ ਘਰ, ਹੋਰ ਵੱਖ-ਵੱਖ ਥਾਵਾਂ ਦੇ ਉੱਤੇ 30 ਤੋਂ ਵੱਧ ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ। ਇਸ ਗੱਲ ਦੇ ਉੱਤੇ ਚਰਚਾ ਕਈ ਕਿਸਮ ਦੀ ਚੱਲ ਰਹੀ ਹੈ। ਕੁਝ ਕੁ ਲੋਕਾਂ ਦਾ ਇਹ ਕਹਿਣਾ ਕਿ ਆਉਂਦੇ ਸਮੇਂ ਦੇ ਵਿੱਚ ਕੋਈ ਸਾਥ ਨਾ ਛੱਡੇ ਸਰਕਾਰ ਦਾ, ਇਸ ਕਰਕੇ ਇਹ ਡਰਾਵਾ ਦੇਣ ਦੀ ਕੋਸ਼ਿਸ਼ ਹੈ। ਕੁਝ ਕੁ ਲੋਕਾਂ ਦਾ ਇਹ ਕਹਿਣਾ ਕਿ ਵਿਧਾਇਕ ਦੇ ਉੱਤੇ ਕਾਰਵਾਈ ਹੋਣੀ ਹੀ ਸੀ। ਸੋ ਸਭ ਦੇ ਆਪੋ ਆਪਣੇ ਵਿਚਾਰ ਹੈ। ਪਰ ਇਸ ਵਕਤ ਜਦੋਂ ਕਿਸਾਨ ਅੰਦੋਲਨ ਸਿਖਰ ਦੇ ਉੱਤੇ ਆ, ਇਸ ਵਕਤ ਜਦੋਂ ਸਿੰਘੂ, ਟਿੱਕਰੀ ਤੇ ਗਾਜ਼ੀਪੁਰ ਬਾਰਡਰ ਦੇ ਉੱਤੇ ਇਕੱਠ ਬੇਹੱਦ ਵੱਧ ਚੁੱਕਿਆ, ਜਦੋਂ ਕਿਸਾਨ ਆਗੂਆਂ ਦੇ ਹੌਸਲੇ ਇੱਕ ਵਾਰ ਫਿਰ ਬੁਲੰਦ ਹੋਏ ਆ, ਉਸ ਵਕਤ ਰਾਜਨੀਤਿਕ ਤੌਰ ਦੇ ਉੱਤੇ ਕਈ ਲੋਕਾਂ ਨੂੰ ਠਿੱਬੀ ਲਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਜਦੋਂ ਹੁਣ ਰਾਜਨੀਤਿਕ ਰੰਗਣ ਵੀ ਇਹਦੇ ਵਿੱਚ ਚੱਲ ਰਹੀ ਹੈ ਤਾਂ ਉਸ ਵਕਤ ਇਸ ਤਰ੍ਹਾਂ ਦੀਆਂ ਖਬਰਾਂ ਦਾ ਆਉਣਾ ਕਈ ਤਰ੍ਹਾਂ ਦੇ ਨਵੇਂ ਸਵਾਲ ਖੜੇ ਕਰਨ ਵਾਲੀ ਗੱਲ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਹਰਿਆਣਾ ਦੇ ਆਜ਼ਾਦ ਵਿਧਾਇਕ ਬਲਰਾਜ ਕੁੰਡੂ ਦੇ ਘਰ ਤੇ ਸਹੁਰੇ ਘਰ ਦੇ ਸਮੇਤ 40 ਤੋਂ ਵੱਧ ਟਿਕਾਣਿਆਂ ਦੇ ਉੱਤੇ ਵੀਰਵਾਰ ਨੂੰ ਸਵੇਰ ਤੋਂ ਲੈ ਕੇ ਆਥਣ ਤੱਕ ਇਨਕਮ ਟੈਕਸ ਡਿਪਾਰਟਮੈਂਟ ਦੇ ਵੱਲੋਂ ਛਾਪੇ ਮਾਰੇ ਗਏ ਨੇ। ਬਲਰਾਜ 26 ਜਨਵਰੀ ਨੂੰ ਦਿੱਲੀ ਦੇ ਵਿੱਚ ਹੋਈ ਕਿਸਾਨਾਂ ਦੀ ਟਰੈਕਟਰ ਪਰੇਡ ਦੇ ਵਿੱਚ ਸ਼ਾਮਲ ਹੋਏ ਸਨ। ਪਹਿਲੇ ਦਿਨ ਤੋਂ ਹੀ ਉਹ ਕਿਸਾਨ ਅੰਦੋਲਨ ਵਿੱਚ ਸ਼ਾਮਲ ਰਹੇ ਨੇ। ਬਲਰਾਜ ਨੇ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਆਰਥਿਕ ਮਦਦ ਦਾ ਐਲਾਨ ਵੀ ਕੀਤਾ ਸੀ। ਨਾਲ ਹੀ ਟਿੱਕਰੀ ਬਾਰਡਰ ਦੇ ਉੱਤੇ ਕਿਸਾਨ ਰਸੋਈ ਵੀ ਸ਼ੁਰੂ ਕੀਤੀ ਸੀ। ਰੋਹਤਕ ਦੇ ਮਹਿਮ ਖੇਤਰ ਤੋਂ ਆਜ਼ਾਦ ਵਿਧਾਇਕ ਬਲਰਾਜ ਦੇ ਜਿਹੜੇ ਟਿਕਾਣਿਆਂ ਦੇ ਉੱਤੇ ਆਮਦਨ ਕਰ ਵਿਭਾਗ ਨੇ ਛਾਪੇ ਮਾਰੇ ਨੇ, ਉਹਦੇ ਵਿੱਚ ਸੈਕਟਰ 14 ਸਥਿਤ ਉਹਨਾਂ ਦਾ ਘਰ, ਹਾਂਸੀ ਦੇ ਵਿੱਚ ਉਹਨਾਂ ਦਾ ਸਹੁਰਾ ਘਰ ਵੀ ਸ਼ਾਮਲ ਹੈ। ਅਧਿਕਾਰੀਆਂ ਨੇ
ਛਾਪੇ ਦੇ ਸਬੰਧ ਦੇ ਵਿੱਚ ਕੁਝ ਵੀ ਨਹੀਂ ਕਿਹਾ। ਜਾਣਕਾਰੀ ਦੇ ਮੁਤਾਬਕ ਸਵੇਰੇ ਕਰੀਬ 6 ਵਜੇ ਬਲਰਾਜ ਦੀ ਸੱਸ ਦੇ ਘਰ ਇਨਕਮ ਟੈਕਸ ਵਿਭਾਗ ਦੀ ਟੀਮ ਪਹੁੰਚੀ। 1 ਦਰਜਨ ਤੋਂ ਵੱਧ ਗੱਡੀਆਂ ਦੇ ਕਾਫਲੇ ਦੇ ਨਾਲ ਟੀਮ ਪਹੁੰਚੀ ਸੀ। ਘਰ ਦੇ ਵਿੱਚ ਵਿਧਾਇਕ ਦੀ ਸੱਸ ਮੈਨਾ ਦੇਵੀ ਮੌਜੂਦ ਸੀ। ਵਿਧਾਇਕ ਦੇ ਰੋਹਤਕ, ਦਿੱਲੀ, ਗੁੜਗਾਉਂ ਸਥਿਤ ਦਫ਼ਤਰਾਂ ਤੇ ਹੋਰ ਟਿਕਾਣਿਆਂ ਦੇ ਉੱਤੇ ਵੀ ਵਿਭਾਗ ਦੀਆਂ ਟੀਮਾਂ ਵੀ ਮੌਜੂਦ ਸਨ। ਬਲਰਾਜ ਹਰਿਆਣਾ ਦੀ ਖੱਟੜ ਸਰਕਾਰ ਤੋਂ ਸਮਰਥਨ ਵਾਪਸੀ ਦਾ ਐਲਾਨ ਕਰਕੇ ਸੁਰਖੀਆਂ ਦੇ ਵਿੱਚ ਆਇਆ ਸੀ। ਕੁੰਡੂ ਨੇ ਕਿਹਾ ਸੀ ਕਿ ਉਹ ਭ੍ਰਿਸ਼ਟ ਸਰਕਾਰ ਨੂੰ ਸਮਰਥਨ ਕਰਨ ਵਾਲੇ ਮੁੱਖ ਮੰਤਰੀ ਤੋਂ ਆਪਣਾ ਸਮਰਥਨ ਵਾਪਸ ਲੈਂਦਾ ਹੈ। ਕੁੰਡੂ ਨੇ ਭਾਜਪਾ ਦੀ ਸਰਕਾਰ ਦੇ ਵਿੱਚ ਸਾਬਕਾ ਸਹਿਕਾਰਤਾ ਮੰਤਰੀ ਰਹੇ ਮਨੀਸ਼ ਗਰੋਵਰ ਦੇ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾ ਕੇ ਜਾਂਚ ਪੜਤਾਲ ਦੀ ਮੰਗ ਕੀਤੀ ਸੀ। ਇਸ ਵਿਵਾਦ ਦੇ ਚੱਲਦਿਆਂ ਉਹਨਾਂ ਨੇ ਸਮਰਥਨ ਵਾਪਸ ਲੈਣ ਦਾ ਐਲਾਨ ਕੀਤਾ ਸੀ। ਬਲਰਾਜ ਨੇ ਦੋਸ਼ ਲਾਇਆ ਸੀ ਕਿ ਮਨੀਸ਼ ਗਰੋਵਰ ਨੇ ਸ਼ੂਗਰ ਮਿਲ ਦੇ ਵਿੱਚ ਸ਼ੀਰੇ ਦਾ ਘੁਟਾਲਾ ਕੀਤਾ ਸੀ। ਰੋਹਤਕ ਨਗਰ ਨਿਗਮ ਦੇ ਵਿੱਚ ਵੀ ਭ੍ਰਿਸ਼ਟਾਚਾਰ ਕੀਤਾ। ਦੂਜੇ ਪਾਸੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਆਪਣੀ ਸ਼ਿਕਾਇਤ ਦਿੱਤੀ ਸੀ, ਜਿਹਦੇ ਵਿੱਚ ਵਿਜ ਨੇ ਇੱਕ SIT ਦੀ ਮੰਗ ਕੀਤੀ ਸੀ। ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ 40 ਸੀਟਾਂ, ਜਨ ਨਾਇਕ ਜਨਤਾ ਪਾਰਟੀ ਨੂੰ 10 ਸੀਟਾਂ, ਆਜ਼ਾਦ 7 ਵਿਧਾਇਕ, ਇਨੈਲੋ ਨੂੰ 1 ਤੇ ਕਾਂਗਰਸ ਨੂੰ 31 ਸੀਟਾਂ ਸਮੇਤ ਕੁਝ ਹੋਰ ਸੀਟਾਂ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੂੰ ਮਿਲੀਆਂ ਸਨ। ਭਾਜਪਾ ਨੇ ਆਜ਼ਾਦ 7 ਤੇ ਜਨ ਨਾਇਕ ਜਨਤਾ ਪਾਰਟੀ ਦੇ 10 ਵਿਧਾਇਕਾਂ ਦੇ ਨਾਲ ਮਿਲ ਕੇ 57 ਦੇ ਅੰਕੜੇ ਦੇ ਉੱਤੇ ਆਪਣੀ ਸਰਕਾਰ ਬਣਾ ਲਈ ਸੀ। ਕੁੰਡੂ ਦੀ ਸਮਰਥਨ ਵਾਪਸੀ ਤੋਂ ਬਾਅਦ ਸਰਕਾਰ ਦੇ ਕੋਲ 56 ਵਿਧਾਇਕ ਰਹਿ ਗਏ। ਹਰਿਆਣਾ ਦੇ ਵਿੱਚ ਬਹੁਮਤ ਦਾ ਅੰਕੜਾ 46 ਹੈ। ਸੋ ਕੁੰਡੂ ਦੇ ਸਮਰਥਨ ਵਾਪਸ ਲੈਣ ਦੇ ਨਾਲ ਸਰਕਾਰ ਦੇ ਉੱਤੇ ਕੋਈ ਅਸਰ ਨਹੀਂ ਸੀ ਪਿਆ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਿਹਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਇਸ ਵਕਤ ਰਾਜਨੀਤਿਕ ਗਤੀਵਿਧੀਆਂ ਸਿਖਰ ਦੇ ਉੱਤੇ ਹੈ। ਜਿਸ ਤਰੀਕੇ ਦੇ ਨਾਲ ਯੂਪੀ ਦੇ ਵਿੱਚ BJP ਦੇ ਵੱਖ-ਵੱਖ ਨੇਤਾਵਾਂ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ, ਜਿਵੇਂ ਪੰਜਾਬ ਦੇ ਵਿੱਚ ਸਥਾਨਕ ਸਰਕਾਰਾਂ ਚੋਣਾਂ ਦੇ ਵਿੱਚ BJP ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਪਤਾ ਲੱਗਾ ਕਿ ਯੂਪੀ ਦੇ ਵਿੱਚ ਵੀ ਜਿਹੜੀਆਂ ਸਥਾਨਕ ਸਰਕਾਰਾਂ ਚੋਣਾਂ ਹੋਣੀਆਂ, ਉੱਥੇ ਵੀ BJP ਦੇ ਆਗੂਆਂ ਨੂੰ ਇਸ ਗੱਲ ਦਾ ਡਰ ਸਤਾ ਰਿਹਾ ਵੀ ਕਿਤੇ ਪੰਜਾਬ ਵਾਲਾ ਸਾਡਾ ਹਾਲ ਨਾ ਹੋ ਜੇ। ਇਸ ਵਕਤ ਜਦੋਂ ਕਿਸਾਨ ਆਗੂਆਂ ਨੇ ਵੀ ਆਪਣੀ ਰਣਨੀਤੀ ਬਦਲੀ ਹੈ ਕਿ ਅਸੀਂ BJP ਨੂੰ ਜੇਕਰ ਵੋਟਾਂ ਦੀ ਭਾਸ਼ਾ ਹੀ ਸਮਝ ਆਉਂਦੀ ਹੈ ਤਾਂ ਫਿਰ ਅਸੀਂ ਵੋਟਾਂ ਦੇ ਵਿੱਚ ਹੀ ਇਹਨਾਂ ਨੂੰ ਧੋਬੀ ਪਟਕਾ ਲਵਾ ਕੇ ਆਪਣੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰੀਏ। ਇਸੇ ਕਰਕੇ ਅਸਾਮ ਤੇ ਪੱਛਮੀ ਬੰਗਾਲ ਦੇ ਵਿੱਚ ਜਾਣ ਦੇ ਲਈ ਕਿਸਾਨਾਂ ਦੇ ਵੱਲੋਂ ਤਿਆਰੀਆਂ ਖਿੱਚੀਆਂ ਜਾ ਰਹੀਆਂ। ਉਸੇ ਦਰਮਿਆਨ ਹਰਿਆਣੇ ਦੇ ਵਿੱਚੋਂ ਇਹ ਖਬਰ ਆਉਂਦੀ ਆ ਬਲਰਾਜ ਕੁੰਡੂ ਦੇ ਘਰ ਦੇ ਵਿੱਚ ਹੋਰ ਵੱਖ-ਵੱਖ ਟਿਕਾਣਿਆਂ ਦੇ ਉੱਤੇ ਇਨਕਮ ਟੈਕਸ ਡਿਪਾਰਟਮੈਂਟ ਦੀ ਛਾਪੇਮਾਰੀ ਦੀ। ਇਹਦੇ ਨਾਲ ਸਵਾਲ ਤਾਂ ਜ਼ਰੂਰ ਖੜੇ ਹੁੰਦੇ ਹੀ ਆ। ਆਮਦਨ ਕਰ ਵਿਭਾਗ ਨੂੰ ਕੀ ਮਿਲਿਆ, ਉਹ ਕੀ ਆਉਂਦੇ ਸਮੇਂ 'ਚ ਖੁਲਾਸਾ ਕਰਨਗੇ ਕੀ ਨਹੀਂ ਕਰਨਗੇ, ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ। ਪਰ ਹਰਿਆਣੇ ਦੀ ਸਰਕਾਰ ਆ ਜਿਹੜੀ, ਉਹਨੂੰ ਉਹ ਲੋਕ ਬਿਲਕੁਲ ਨਹੀਂ ਸ਼ੋਭਦੇ ਜਿਹੜੇ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਹੋਣ। ਇਹਦੇ ਬਾਬਤ ਉਦਾਹਰਨਾਂ ਪਿਛਲੇ 3 ਮਹੀਨਿਆਂ ਦੇ ਬਿਆਨ ਪੜ੍ਹ ਕੇ ਮਿਲ ਜਾਂਦੀਆਂ। ਖੱਟੜ ਹੋਰਾਂ ਨੇ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਮੂਹਰੇ ਟੋਏ ਪੱਟੇ, ਜਿਵੇਂ ਅਥਰੂ ਗੈਸ ਦੇ ਗੋਲੇ ਸੁੱਟੇ, ਜਿਵੇਂ ਬੈਰੀਕੇਡ ਲਾਏ, ਜਿਵੇਂ ਪਾਣੀ ਦੀਆਂ ਬੁਛਾੜਾਂ ਮਰਵਾਈਆਂ, ਜਿਵੇਂ ਲਾਠੀ ਚਾਰਜ ਹੋਇਆ, ਉਹਦੇ ਤੋਂ ਬਾਅਦ ਬਹੁਤ ਵੱਡੇ ਪੱਧਰ ਤੇ ਚਰਚਾ ਛਿੜੀ ਆ। ਦੁਨੀਆ ਭਰ ਦੇ ਵਿੱਚ ਇਸ ਅਤਿਆਚਾਰ ਦੀ ਗੱਲ ਛਿੜੀ। ਫਿਰ ਤੁਸੀਂ ਹਰਿਆਣਾ ਸਰਕਾਰ ਦੇ ਬਾਕੀ ਮੰਤਰੀਆਂ ਦੀ ਗੱਲ ਕਰ ਲਓ। ਅਨਿਲ ਵਿਜ ਹੋਰੀਆਂ ਜਿਹੜੇ ਉਹ ਲਗਾਤਾਰ ਇਸ ਅੰਦੋਲਨ ਦੇ ਖਿਲਾਫ ਆ। ਆਪਾਂ ਜਾਣਦੇ ਹਾਂ ਕਿ ਉੱਥੋਂ ਦੇ ਖੇਤੀਬਾੜੀ ਮੰਤਰੀ ਹਰਿਆਣੇ ਦੇ JP ਦਲਾਲ ਹੋਰੀ ਤਾਂ ਇਹ ਗੱਲ ਕਹਿੰਦੇ ਆ ਵੀ ਮਰਨ ਵਾਲਿਆਂ ਨੇ ਮਰਨਾ ਹੀ ਹੁੰਦਾ, ਭਾਵੇਂ ਬਾਰਡਰ ਤੇ ਬੈਠੇ ਆ ਭਾਵੇਂ ਘਰੇ ਬੈਠੇ ਆ। ਇਹਨਾਂ ਨੇ ਤਾਂ ਅਸਲ ਦੇ ਵਿੱਚ ਖੁਦ ਹੀ ਮੌਤ ਚੁਣੀ ਆ। ਇਹ ਅਸਲ ਦੇ ਵਿੱਚ ਸਵੈ ਇੱਛਕ ਮੌਤ ਚੁਣਦੇ ਆ। ਇਹਨਾਂ ਦੇ ਵਿੱਚ ਕੋਈ ਸਰਕਾਰ ਦਾ ਕਸੂਰ ਨਹੀਂ ਆ। ਜਦੋਂ ਹਰਿਆਣੇ ਦੀ ਸੱਤਾਧਾਰੀ ਧਿਰ ਦੇ ਵੱਲੋਂ ਇਹ ਸਾਰਾ ਕੁਝ ਕਿਹਾ ਜਾਂਦਾ ਹੋਵੇ ਤਾਂ ਉਸ ਵਕਤ ਹਰਿਆਣੇ ਦੇ ਵਿੱਚ ਸਰਕਾਰ ਦੇ ਕੋਲੋਂ ਸਮਰਥਨ ਵਾਪਸ ਲੈਣ ਵਾਲੇ ਵਿਧਾਇਕ ਦੇ ਉੱਤੇ ਕਾਰਵਾਈ ਕਿਉਂ ਨਾ ਹੋਊਗੀ, ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੈ। ਅੱਜ ਵਿਰੋਧੀ ਪਾਰਟੀਆਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਸਾਨੂੰ ਕੋਈ ਹੈਰਾਨੀ ਨਹੀਂ ਹੋਈ। ਹਾਲੇ ਉਹਨਾਂ ਲੋਕਾਂ ਦੇ ਉੱਤੇ ਹੋਰਨਾਂ ਤੇ ਵੀ ਕਾਰਵਾਈ ਹੋ ਸਕਦੀ ਹੈ ਜਿਹੜੇ ਕਿ ਇਸ ਤਰੀਕੇ ਦੇ ਨਾਲ ਚੱਲਦੇ ਆ, ਜਿਹੜੇ ਕਿ ਕਿਸਾਨੀ ਦੇ ਹੱਕ ਦੇ ਵਿੱਚ ਬੋਲਦੇ ਆ। ਰਹੀ ਗੱਲ ਕਾਂਗਰਸ ਦੀ, ਬਾਕੀ ਹੋਰ ਵਿਰੋਧੀ ਪਾਰਟੀਆਂ ਦੀ, ਆਪਾਂ ਜਾਣਦੇ ਹਾਂ ਕਿ ਉਹ ਸਾਹ ਸੱਤਹੀਣ ਹੋਈਆਂ ਪਈਆਂ। ਪਰ ਜਿਸ ਤਰੀਕੇ ਨਾਲ ਕਿਸਾਨਾਂ ਦੇ ਵੱਲੋਂ ਹਰਿਆਣੇ ਦੇ ਵਿੱਚ BJP ਦੀ ਸਰਕਾਰ ਦੇ ਮੂਹਰੇ ਵਕਤ ਖੜਾ ਕੀਤਾ ਗਿਆ, ਜਿਸ ਤਰੀਕੇ ਦੇ ਨਾਲ ਖੱਟੜ ਹੋਰਾਂ ਦੇ ਹੈਲੀਕਾਪਟਰ ਨੂੰ ਉਤਰਨ ਤੋਂ ਰੋਕਿਆ ਗਿਆ, ਜਿਵੇਂ ਕਿ ਜਨ ਨਾਇਕ ਜਨਤਾ ਪਾਰਟੀ ਦੇ ਉੱਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਦੁਸ਼ਯੰਤ ਚੌਟਾਲਾ ਦੇ ਹੋਰਾਂ ਦੇ ਉੱਤੇ ਕਿ ਤੁਸੀਂ ਆਪਣਾ ਸਮਰਥਨ ਵਾਪਸ ਲਓ, ਇੱਥੋਂ ਦੀ ਸਰਕਾਰ ਡਿੱਗੋ, ਉਹਦੇ ਨਾਲ ਵੀ ਕਈ ਤਰ੍ਹਾਂ ਦੀਆਂ ਨਵੀਆਂ ਗੱਲਾਂ ਜੁੜੀਆਂ ਹੋਈਆਂ। ਅਬੇ ਚੌਟਾਲਾ ਨੇ ਆਪਾਂ ਜਾਣਦੇ ਪਿਛਲੇ ਦਿਨੀ ਵਿਧਾਇਕੀ ਤੋਂ ਅਸਤੀਫਾ ਦਿੱਤਾ ਸੀਗਾ, ਪਰ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਬਿਲਕੁਲ ਨਿੱਠ ਕੇ ਖੜੇ ਆ, ਨੰਗੇ ਚਿੱਟੇ ਤੌਰ ਦੇ ਉੱਤੇ ਖੜੇ ਆ। ਉਹ ਵੀ ਉਹਨਾਂ ਦੇ ਉੱਤੇ ਕੋਈ ਕਾਰਵਾਈ ਹਾਲੇ ਤੱਕ ਤਾਂ ਨਹੀਂ ਹੋਈ। ਆਉਂਦੇ ਸਮੇਂ ਦੇ ਵਿੱਚ ਕੀ ਹੁੰਦੀ ਆ ਕੁਝ ਕਹਿ ਨਹੀਂ ਸਕਦੇ। ਪਰ ਹਰਿਆਣੇ ਦੇ ਵਿੱਚ ਰਾਜਨੀਤਿਕ ਰੰਗਣਾ ਜਿਹੜੀ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਕਿਸਾਨੀ ਅੰਦੋਲਨ ਦੇ ਨਾਲ ਜੋੜ ਕੇ ਸਾਹਮਣੇ ਆ ਰਹੀ ਹੈ। ਹੁਣ ਯੂਪੀ ਦੇ ਵਿੱਚ ਵੀ ਪਤਾ ਲੱਗਾ ਕਿ ਕਿਸਾਨ ਆਗੂਆਂ ਦੇ ਉੱਤੇ ਕਾਰਵਾਈ ਕਰਨ ਦੀ ਤਿਆਰੀ ਹੈਗੀ ਹੈ। ਆਪਾਂ ਜਾਣਦੇ ਹਾਂ ਕਿ ਪਿਛਲੇ ਦਿਨੀ
ਕੇਂਦਰੀ ਮੰਤਰੀ ਇੱਕ ਤੇ ਕੁਝ ਕੁ ਹੋਰ ਯੂਪੀ ਦੇ ਕੈਬਨਿਟ ਮੰਤਰੀ, ਕਈ ਹੋਰ ਵਿਧਾਇਕ ਆ ਜਿਹੜੇ ਉਹ ਮੁਜ਼ੱਫਰਪੁਰ ਦੇ ਕਈ ਪਿੰਡਾਂ ਦੇ ਵਿੱਚ ਗਏ ਸੀ ਜਾਟਾਂ ਨੂੰ ਤੇ ਖਾਪ ਪੰਚਾਇਤਾਂ ਦੇ ਆਗੂਆਂ ਨੂੰ ਆਪਣੇ ਹੱਕ ਦੇ ਵਿੱਚ ਕਰਨ ਦੇ ਲਈ। ਪਰ ਉੱਥੇ ਕਿਸਾਨਾਂ ਦੀ ਤੇ ਬੀਜੇਪੀ ਦੇ ਸਮਰਥਕਾਂ ਦੀ ਆਪਸ ਦੇ ਵਿੱਚ ਝੜਪ ਹੋਈ, ਜਿਹਦੇ ਤੋਂ ਬਾਅਦ ਉੱਥੇ ਮਾਹੌਲ ਖਰਾਬ ਹੋਇਆ ਤੇ ਹੁਣ ਵੀ ਕੇਂਦਰ ਦੀ ਸਰਕਾਰ ਦੇ ਮੰਤਰੀਆਂ ਦੇ ਵੱਲੋਂ ਗੱਲ ਕਹੀ ਗਈ ਹੈ ਕਿ ਉਹ ਸਾਰਾ ਕੁਝ ਵਿਰੋਧੀ ਪਾਰਟੀਆਂ ਦੇ ਵੱਲੋਂ ਕਰਵਾਇਆ ਗਿਆ। ਉਹ ਉੱਥੋਂ ਦੀ ਸਮਾਜਵਾਦੀ ਪਾਰਟੀ ਦੇ ਆਗੂ ਸੀ, ਕੁਝ ਕੁ ਹੋਰ ਰਾਜਨੀਤਿਕ ਪਾਰਟੀਆਂ ਦੇ ਆਗੂ ਸੀ, ਉਹ ਕਿਸਾਨ ਨਹੀਂ ਸੀ। ਯਾਨੀ ਕਿ ਇਸ ਵਕਤ ਕਿਸਾਨ ਅੰਦੋਲਨ ਦੇ ਨਾਂ ਦੇ ਉੱਤੇ ਕਈ ਲੋਕ ਆਪਣੀਆਂ ਰਾਜਨੀਤਿਕ ਰੋਟੀਆਂ ਸੇਕ ਵੀ ਰਹੇ ਆ, ਪਰ ਬੀਜੇਪੀ ਦੀ ਜਿੱਥੇ ਜਿੱਥੇ ਵੀ ਸਰਕਾਰ ਹੈ ਉਹ ਇਹ ਗੱਲ ਜ਼ਰੂਰ ਕਹਿੰਦੀ ਆ ਕਿ ਅਸੀਂ ਕਿਸਾਨੀ ਦੇ ਤਾਂ ਹੱਕ ਦੇ ਵਿੱਚ ਆ, ਪਰ ਜਿਹੜੇ ਲੋਕ ਸਾਡਾ ਵਿਰੋਧ ਕਰ ਰਹੇ ਆ ਇਹ ਕਿਸਾਨ ਨਹੀਂ ਆ। ਬੀਜੇਪੀ ਦੇ ਹਰ ਆਗੂ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਕਿਸਾਨ ਤਾਂ ਸਾਡੇ ਹੱਕ ਦੇ ਵਿੱਚ ਹੈ, ਕਿਸਾਨ ਤਾਂ ਹੈਗੇ ਬੇਹੱਦ ਖੁਸ਼। ਹੁਣ ਵੀ ਤੋਮਰ ਸਾਹਿਬ ਨੇ ਗੱਲ ਕਹੀ ਹੈ ਵੀ ਪ੍ਰਧਾਨ ਮੰਤਰੀ ਮੋਦੀ ਨੇ ਤਾਂ ਆਮਦਨ ਦੁੱਗਣੀ ਚੌਗਣੀ ਕਰਨ ਬਾਰੇ ਸੋਚਿਆ ਤੇ ਉਹ ਕਰ ਵੀ ਦਿੱਤੀ। ਅਸੀਂ ਬਹੁਤ ਕਮਾਲ ਹੋਈ ਪਈ ਆ, ਕਿਸਾਨ ਤਾਂ ਬਾਗੋ ਬਾਗ ਆ, ਕਿਸਾਨ ਲੁੱਡੀਆਂ ਪਾਉਂਦੇ ਆ। ਇਹ ਤਾਂ ਕੁਝ ਕੁ ਲੋਕ ਗੁੰਮਰਾਹ ਕਰ ਲਏ ਗਏ ਆ, ਇਹ ਹੈਗੇ ਜੀ ਭੜਕੇ ਹੋਏ ਲੋਕ। ਇਹਨਾਂ ਲੋਕਾਂ ਨੂੰ ਤਾਂ ਟਰੈਕ ਤੋਂ ਲਾ ਦਿੱਤਾ ਗਿਆ, ਇਹਨਾਂ ਲੋਕਾਂ ਦੀ ਸੋਚ ਨੂੰ ਕਾਬੂ ਕਰਕੇ ਰਾਜਨੀਤਿਕ ਲੋਕਾਂ ਨੇ ਆਪਣੇ ਪੱਖ ਦੇ ਵਿੱਚ ਕਰ ਲਿਆ, ਪਰ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਰਵਾਂਗੇ। ਇਸ ਵਕਤ ਜਦੋਂ ਕਿਸਾਨ ਭਾਈਚਾਰਾ ਇਸ ਗੱਲ ਦੀ ਮੰਗ ਕਰ ਰਿਹਾ ਕਿ ਤੁਸੀਂ ਸਾਨੂੰ ਇਹ ਦੱਸੋ ਅਗਲੀ ਮੀਟਿੰਗ ਕਦੋਂ ਕਰਨੀ ਆ, ਉਸ ਗੱਲ ਦੇ ਉੱਤੇ ਕੋਈ ਨਹੀਂ ਆ ਰਿਹਾ। ਪਰ ਨਿੱਤ ਨਵੀਂ ਘੁਣਤਰਾ ਜਿਹੜੀ ਉਹ ਸਾਹਮਣੇ ਆ ਰਹੀ ਆ, ਭਾਵੇਂ ਕਿਸਾਨਾਂ ਨੂੰ ਬਦਨਾਮ ਕਰਨ ਦੇ ਮਾਮਲੇ ਤੇ ਹੋਵੇ ਜਾਂ ਕਿਸਾਨ ਆਗੂਆਂ ਦੇ ਉੱਤੇ ਕਾਰਵਾਈ ਦੀ ਹੋਵੇ ਜਾਂ ਕਿਸਾਨੀ ਅੰਦੋਲਨ ਦੇ ਹੱਕ ਦੇ ਵਿੱਚ ਖੜਨ ਵਾਲੀਆਂ ਮਸ਼ਹੂਰ ਹਸਤੀਆਂ ਦੇ ਉੱਤੇ ਕਾਰਵਾਈ ਦੀ ਗੱਲ ਹੋਵੇ। ਸੋ ਇਹ ਸਾਰਾ ਵਰਤਾਰਾ ਜਿਹੜਾ ਉਹ ਕਈ ਤਰ੍ਹਾਂ ਦੇ ਨਵੇਂ ਸਵਾਲ ਵੀ ਖੜੇ ਕਰ ਰਿਹਾ, ਪਰ ਸਭ ਦੇ ਮਨ ਦੇ ਵਿੱਚ ਇੱਕ ਸਵਾਲ ਸਭ ਤੋਂ ਵੱਡਾ ਹੈਗਾ ਕਿ ਇਸ ਕਿਸਾਨ ਅੰਦੋਲਨ ਦਾ ਸਿੱਟਾ ਕੀ ਨਿਕਲੂਗਾ। ਕੀ ਕੇਂਦਰ ਦੀ ਸਰਕਾਰ ਚੁੱਕੂਗੀ? ਕੀ ਕਿਸਾਨ ਅੰਦੋਲਨ ਸਮਾਪਤ ਹੋਊਗਾ ਛੇਤੀ? ਕੀ ਕੇਂਦਰ ਦੀ ਸਰਕਾਰ ਕਿਸਾਨੀ ਮੰਗਾਂ ਮੰਨੂਗੀ? ਕੀ ਤਿੰਨੇ ਖੇਤੀ ਕਾਨੂੰਨ ਰੱਦ ਹੋਣਗੇ? ਕੀ MSP ਦੀ ਲਿਖਤੀ ਤੌਰ ਦੇ ਉੱਤੇ ਗਰੰਟੀ ਹੋਊਗੀ? ਸੋ ਇਹ ਸਾਰੇ ਸਵਾਲ ਆ ਜਿਹੜੇ ਹਰ ਇੱਕ ਦੇ ਮਨ ਦੇ ਵਿੱਚ ਹੈ, ਭਾਵੇਂ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਕੋਈ ਵੀ ਕਿਸਾਨ, ਕੋਈ ਵੀ ਭਾਰਤੀ ਕਿਉਂ ਨਾ ਬੈਠਾ ਹੋਵੇ। ਕਿਸਾਨ ਆਗੂਆਂ ਦੇ ਵੱਲੋਂ ਵੀ ਹੁਣ ਰਣਨੀਤੀ ਬਦਲੀ ਜਾ ਰਹੀ ਹੈ। 40 ਲੱਖ ਟਰੈਕਟਰ ਲੈ ਕੇ ਅਸੀਂ ਪਾਰਲੀਮੈਂਟ ਦੇ ਵੱਲ ਧਾਵਾ ਬੋਲਾਂਗੇ, ਪਾਰਲੀਮੈਂਟ ਦੇ ਕੋਲੇ ਜੋ ਪਾਰਕਾਂ ਨੇ ਉਹਨਾਂ ਨੂੰ ਵਾਹ ਕੇ ਅਸੀਂ ਉੱਥੇ ਫਸਲਾਂ ਬੀਜ ਦਿਆਂਗੇ। ਇਹ ਗੱਲ ਕਹੀ ਆ ਰਾਕੇਸ਼ ਟਕੈਤ ਨੇ, ਇੱਕ ਵਾਰ ਨਹੀਂ ਕਈ ਵਾਰ। ਇਹ ਇੱਕ ਵੱਖਰੀ ਗੱਲ ਆ ਕਿ ਸੰਯੁਕਤ ਕਿਸਾਨ ਮੋਰਚੇ ਨੇ 2-3 ਵਾਰੀ ਕਹਿਤਾ ਕਿ ਇਹ ਟਕੈਤ ਹੋਰਾਂ ਦੇ ਆਪਣੇ ਬਿਆਨ ਆ ਜਿਹੜੇ ਮਹਾਂ ਪੰਚਾਇਤ ਦੇ ਵਿੱਚ ਉਹ ਪ੍ਰਗਟਾਵੇ ਕਰ ਰਹੇ ਆ, ਇਹਦੇ ਨਾਲ ਸਾਡਾ ਨਿੱਜੀ ਤੌਰ ਦੇ ਉੱਤੇ, ਸਿੱਧੇ ਤੌਰ ਦੇ ਉੱਤੇ ਕੋਈ ਸੰਬੰਧ ਨਹੀਂ। ਪਰ ਇਸ ਗੱਲ ਦੇ ਬਾਬਤ ਵੀ ਜਾਣਕਾਰੀ ਦੇਣੀ ਬਣਦੀ ਆ ਕਿ ਜੇਕਰ ਕੇਂਦਰ ਦੀ ਸਰਕਾਰ ਨਾ ਮੰਨੀ ਤਾਂ ਪੈਦਲ ਮਾਰਚ ਦੀ ਤਿਆਰੀ ਇੱਕ ਵਾਰ ਫਿਰ ਕੀਤੀ ਜਾ ਰਹੀ ਹੈ 23 ਮਾਰਚ ਦੇ ਮੱਦੇਨਜ਼ਰ। 23 ਤਰੀਕ ਨੂੰ ਆਪਾਂ ਜਾਣਦੇ ਹਾਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਹੁੰਦਾ। 1931 ਦੇ ਵਿੱਚ ਉਹਨਾਂ ਨੂੰ ਫਾਂਸੀ ਦੇ ਉੱਤੇ ਲਟਕਾਇਆ ਗਿਆ ਤੇ ਉਸ ਦਿਨ ਨੂੰ ਮੁੱਖ ਰੱਖਦਿਆਂ ਹੁਣ ਭਾਰਤ ਭਰ ਦੇ ਵਿੱਚ ਇੱਕ ਨਵੀਂ ਲਹਿਰ ਆ ਜਿਹੜੀ ਉਹ ਛੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਰਤ ਦੇ ਲੋਕਾਂ ਨੂੰ ਜਿਹੜੇ ਕਿ ਇਸ ਵਕਤ ਅੱਕੇ ਥੱਕੇ ਟੁੱਟੇ ਤੇ ਝੰਬੇ ਪਏ ਆ ਕੇਂਦਰ ਦੀ ਸਰਕਾਰ ਦੇ ਕਰਕੇ, ਉਹਨਾਂ ਨੂੰ ਨਾਲ ਜੋੜ ਕੇ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਉਹ ਪਾਰਲੀਮੈਂਟ ਦੇ ਵੱਲ ਕੂਚ ਕਰਨ। ਕਿਸਾਨ ਆਗੂਆਂ ਦੇ ਵਿੱਚੋਂ ਕੁਝ ਇੱਕ ਨੇ ਇਹ ਗੱਲ ਕਹੀ ਹੈ ਵੀ ਉਸ ਦਿਨ ਟਰੈਕਟਰ ਮਾਰਚ ਵੀ ਹੋ ਸਕਦਾ, 23 ਮਾਰਚ ਦੇ ਮੱਦੇਨਜ਼ਰ ਪੈਦਲ ਮਾਰਚ ਵੀ ਹੋ ਸਕਦਾ, ਕੋਈ ਵੀ ਤਰੀਕਾ ਅਪਣਾਇਆ ਜਾ ਸਕਦਾ, ਪਰ ਇੱਕ ਵੱਡਾ ਐਕਸ਼ਨ ਕਰਨ ਦੀ ਤਿਆਰੀ ਹੈਗੀ ਆ। ਤੇ ਜੇਕਰ ਇਹ ਐਕਸ਼ਨ ਹੋ ਜਾਂਦਾ ਤਾਂ ਇਹ ਗੱਲ ਪੱਕੀ ਆ ਵੀ ਕੇਂਦਰ ਦੀ ਸਰਕਾਰ ਦੀ ਮੁਸ਼ਕਲ ਦੇ ਵਿੱਚ ਵਾਧਾ ਹੋ ਜਾਣਾ। ਹੁਣ ਆਪਾਂ ਇਹ ਵੀ ਜਾਣਦੇ ਕਿ ਅੱਜ ਵਪਾਰੀ ਵਰਗ ਦੇ ਵੱਲੋਂ ਪੂਰੇ ਭਾਰਤ ਦੇ ਵਿੱਚ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਸੀ। ਅੱਜ ਜੇਕਰ ਹੜਤਾਲ ਆਥਣ ਤੱਕ ਖਬਰ ਆਉਂਦੀ ਹੈ ਵੀ ਸਫਲ ਰਹੀ ਆ, ਵਪਾਰੀ ਵੀ ਉਵੇਂ ਅੱਕੇ ਪਏ ਆ, ਆੜ੍ਹਤੀਏ ਉਵੇਂ ਅੱਕੇ ਪਏ ਆ ਜਿਵੇਂ ਕਿਸਾਨ ਅੱਕੇ ਪਏ ਆ, ਬਾਕੀ ਸਾਰੇ ਵਰਗ ਵੀ ਉਵੇਂ ਅੱਕੇ ਪਏ ਆ। ਇਸ ਵੇਲੇ ਜਦੋਂ ਇੱਕ ਧਰਮ ਵਿਸ਼ੇਸ਼ ਦੀ ਗੱਲ ਕੀਤੀ ਜਾਂਦੀ ਹੈ, ਇਸ ਵੇਲੇ ਜਦੋਂ ਹਰ ਮੌਕੇ ਦੇ ਉੱਤੇ ਜਦੋਂ ਲੋਕਾਂ ਦੀ ਲੋੜਾਂ ਦੀ ਪੂਰਤੀ ਦੀ ਗੱਲ ਆਉਂਦੀ ਹੈ, ਇਹ ਗੱਲ ਕਹੀ ਜਾਂਦੀ ਹੈ ਕਿ ਅਸੀਂ ਦੁਸ਼ਮਣ ਦੇਸ਼ ਨੂੰ ਅੱਖਾਂ ਦਿਖਾ ਕੇ ਡਰਾ ਦਿੱਤਾ, ਤਾਂ ਲੋਕ ਇਹ ਗੱਲ ਕਹਿੰਦੇ ਵੀ ਢਿੱਡ ਅੱਖਾਂ ਦਿਖਾਉਣ ਦੇ ਨਾਲ ਨਹੀਂ ਭਰਦਾ, ਢਿੱਡ ਇਸ ਵਕਤ ਥਾਵਾਂ ਦੇ ਨਾਂ ਬਦਲਣ ਦੇ ਨਾਲ ਨਹੀਂ ਭਰਦਾ, ਢਿੱਡ ਇਸ ਵਕਤ ਸਿਰਫ ਤੇ ਸਿਰਫ ਅਸੀਂ ਆਹ ਕਰ ਦਿੱਤਾ, ਅਸੀਂ ਉਹ ਕਰ ਦਿੱਤਾ, ਅਸੀਂ ਇਉਂ ਕਰ ਦਿਆਂਗੇ, ਅਸੀਂ ਇਉਂ ਕਰ ਲਾਂਗੇ, ਅਸੀਂ ਇਤਿਹਾਸ ਸਿਰਜ ਦਿਆਂਗੇ, ਇਹਦੇ ਨਾਲ ਨਹੀਂ ਭਰਦਾ। ਜਿਹੜੀਆਂ ਲੋੜਾਂ ਮਨੁੱਖ ਦੀਆਂ ਹੈ, ਜਿਹੜੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ, ਉਹਨਾਂ ਦੀਆਂ ਲੋੜਾਂ ਦੀ ਪੂਰਤੀ ਉਸ ਰੂਪ ਦੇ ਵਿੱਚ ਕਿਉਂ ਨਹੀਂ ਕਰਦੇ ਜਿਹੜੀਆਂ ਕਿ ਤੁਸੀਂ ਵਾਅਦੇ ਦੇ ਰੂਪ ਦੇ ਵਿੱਚ ਕੀਤੀਆਂ ਸੀ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਕਿਸਾਨ ਅੰਦੋਲਨ ਦੇ ਵਿੱਚ ਵੱਡੀਆਂ ਤਬਦੀਲੀਆਂ ਦੀ ਤਿਆਰੀ ਹੋ ਰਹੀ ਹੈ। ਫਰਵਰੀ ਦੇ ਆਖਰੀ ਦਿਨ ਕਈ ਅਹਿਮ ਐਲਾਨ ਕੀਤੇ ਜਾਣੇ ਨੇ। ਕਿਸਾਨਾਂ ਵੱਲੋਂ ਇਸ ਵਾਰ ਜਿਹੜਾ ਚੱਕਰਵਿਊਹ ਤਿਆਰ ਕੀਤਾ ਜਾ ਰਿਹਾ ਉਹ ਸਰਕਾਰ ਦੀ ਨੀਂਦ ਉਡਾ ਸਕਦਾ ਹੈ। ਕਿਸਾਨ ਆਰ-ਪਾਰ ਦੀ ਲੜਾਈ ਦੀ ਤਿਆਰੀ ਕਰ ਰਹੇ ਨੇ, ਜਿਸ ਸਾਹਮਣੇ ਸਰਕਾਰ ਦੇ ਜ਼ੋਰ ਦਾ ਚੱਲਣਾ ਔਖਾ ਹੋ ਸਕਦਾ ਹੈ। ਦਰਅਸਲ ਕਿਸਾਨ ਦਿੱਲੀ ਦੇ ਵਿੱਚ 40 ਲੱਖ ਟਰੈਕਟਰ ਲੈ ਕੇ ਦਾਖਲ ਹੋਣ ਦੀ ਤਿਆਰੀ ਕਰ ਰਹੇ ਨੇ। ਇਹ ਵੀ ਚਰਚਾ ਹੈ ਕਿ ਕੁਝ ਕਿਸਾਨ ਜਥੇਬੰਦੀਆਂ ਟਰੈਕਟਰਾਂ ਦੀ ਬਜਾਏ ਸੰਸਦ ਵੱਲ ਪੈਦਲ ਮਾਰਚ ਕਰਨ ਦੇ ਹੱਕ ਦੇ ਵਿੱਚ ਨੇ। ਇਹ ਵੀ ਚਰਚਾ ਹੈ ਕਿ ਟਰੈਕਟਰਾਂ ਦੇ ਨਾਲ ਪੈਦਲ ਮਾਰਚ ਹੋ ਸਕਦਾ ਹੈ।
ਇਹਦੇ ਲਈ ਮਾਰਚ ਮਹੀਨੇ ਦੀ 23 ਤਰੀਕ ਨੂੰ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਸ਼ਹਾਦਤ ਦਿਵਸ ਮੌਕੇ ਆਪਣੇ ਚੱਕਰਵਿਊਹ ਰਾਹੀਂ ਕਿਸਾਨ ਸੰਗਠਨ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦੇ ਲਈ ਕੇਂਦਰ ਸਰਕਾਰ ਦੇ ਉੱਤੇ ਚੁਪਾਸਿਓਂ ਦਬਾਅ ਬਣਾ ਸਕਦੇ ਨੇ। ਸੰਸਦ ਘੇਰਨ, ਟਰੈਕਟਰ ਮਾਰਚ ਕਰਨ ਤੇ ਪੈਦਲ ਯਾਤਰਾਵਾਂ ਵਰਗੇ ਕਈ ਤੀਰ ਕਿਸਾਨਾਂ ਦੇ ਤਰਕਸ਼ ਦੇ ਵਿੱਚ ਰਹਿਣਗੇ। ਇੱਥੇ ਵੀ ਦੱਸਣਾ ਬਣਦਾ ਹੈ ਕਿ ਇੱਕ ਸੀਨੀਅਰ ਕਿਸਾਨ ਆਗੂ ਨੇ ਕਿਹਾ ਕਿ ਅੰਦੋਲਨ ਦੇ ਵਿੱਚ ਸ਼ਾਮਲ ਵੱਖੋ ਵੱਖਰੇ ਕਿਸਾਨ ਸੰਗਠਨਾਂ ਦੇ ਪ੍ਰਸਤਾਵ ਆ ਰਹੇ ਨੇ। ਇਹਦੇ ਵਿੱਚ ਬਹੁਤ ਸਾਰੇ ਪ੍ਰਸਤਾਵਾਂ ਦੇ ਵਿੱਚ ਇੱਕ ਗੱਲ ਪ੍ਰਮੁੱਖ ਹੈ ਕਿ 23 ਤਰੀਕ ਦੇ ਮੱਦੇਨਜ਼ਰ ਕੋਈ ਵੱਡਾ ਪ੍ਰੋਗਰਾਮ ਉਲੀਕਿਆ ਜਾਵੇ। ਇਹ ਗੱਲ ਤੈਅ ਹੈ ਕਿ ਅੰਦੋਲਨ ਦੇ ਵਿੱਚ ਹੁਣ ਕੁਝ ਵੱਡਾ ਕਰਨਾ ਪਵੇਗਾ। ਰਾਕੇਸ਼ ਟਕੈਤ ਜਿਵੇਂ ਮਹਾਂ ਪੰਚਾਇਤਾਂ ਦੇ ਵਿੱਚ ਸਰਕਾਰ ਨੂੰ ਖੁੱਲ੍ਹੀ ਚੁਣੌਤੀ ਦੇ ਰਹੇ ਨੇ, ਉਹਦੇ ਮੱਦੇਨਜ਼ਰ ਹੁਣ ਅੰਦੋਲਨ ਦੇ ਵਿੱਚ ਕੁਝ ਵੱਡੀਆਂ ਤਬਦੀਲੀਆਂ ਹੋਣਗੀਆਂ। ਤੇ ਇਸ ਤੋਂ ਪਹਿਲਾਂ ਹੀ ਟਕੈਤ ਨੇ 40 ਲੱਖ ਟਰੈਕਟਰਾਂ ਦਾ ਮਾਰਚ ਕੱਢਣ ਦੀ ਗੱਲ ਕਹੀ ਹੈ। ਪਰ ਜੇਕਰ 23 ਤਰੀਕ ਦੇ ਮੱਦੇਨਜ਼ਰ ਇਹ ਸਾਰਾ ਕੁਝ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਕੇਂਦਰ ਦੀ ਸਰਕਾਰ ਦੀ ਮੁਸ਼ਕਲ ਦੇ ਵਿੱਚ ਵਾਧਾ ਹੋਣਾ ਯਕੀਨੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜੇਕਰ 23 ਤਰੀਕ ਦੇ ਮੱਦੇਨਜ਼ਰ ਜਾਂ ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਦਿੱਲੀ ਦੇ ਵੱਲ ਕੂਚ ਕਰਨ ਦਾ ਕਿਸਾਨ ਐਲਾਨ ਕਰ ਦਿੰਦੇ ਆ, ਇਹਦੇ ਨਾਲ ਦਿੱਲੀ ਦੀ ਪੁਲਿਸ ਤੇ ਕੇਂਦਰ ਦੀ ਸਰਕਾਰ ਦੀ ਮੁਸ਼ਕਲ ਦੇ ਵਿੱਚ ਵਾਧਾ ਹੋਣਾ ਕੁਦਰਤੀ ਹੈ। ਇਹ ਇੱਕ ਵੱਖਰੀ ਗੱਲ ਹੈ ਵੀ ਜਦੋਂ 26 ਤਰੀਕ ਨੂੰ ਟਰੈਕਟਰ ਪਰੇਡ ਕੱਢੀ ਗਈ, ਉਸ ਵਕਤ ਲਾਲ ਕਿਲੇ ਨਾਲ ਜੁੜੀ ਜਿਹੜੀ ਘਟਨਾ ਵਾਪਰੀ ਆ, ਉਹਦੇ ਕਰਕੇ ਕਿਸਾਨ ਅੰਦੋਲਨ ਕਾਫੀ ਪਿੱਛੇ ਆਇਆ। ਪਰ 3-4 ਦਿਨਾਂ ਬਾਅਦ ਉਨੀ ਗਤੀ ਦੇ ਵਿੱਚ ਅੰਦੋਲਨ ਫੇਰ ਹੋ ਗਿਆ। ਇਸ ਕਰਕੇ ਲੋੜ ਇਸ ਵਕਤ ਇਸ ਗੱਲ ਦੀ ਮਹਿਸੂਸ ਕੀਤੀ ਜਾ ਰਹੀ ਹੈ। ਨੌਜਵਾਨ ਤਬਕਾ ਵੀ ਇਹ ਗੱਲ ਕਹਿ ਰਿਹਾ ਕਿ ਕੋਈ ਵੱਡਾ ਪ੍ਰੋਗਰਾਮ ਉਲੀਕਿਆ ਜਾਵੇ, ਹੋਵੇ ਸ਼ਾਂਤਮਈ ਪਰ ਹੋਵੇ ਵੱਡਾ ਪ੍ਰੋਗਰਾਮ, ਜਿਹਦੇ ਕਰਕੇ ਸਾਡੀ ਸਰਗਰਮੀ ਨਜ਼ਰ ਵੀ ਆਵੇ। ਜੇਕਰ ਅਸੀਂ ਇੱਥੇ ਸੜਕਾਂ ਦੇ ਉੱਤੇ ਬੈਠ ਕੇ ਕਿਸਾਨਾਂ ਦੇ ਇੱਕ ਹਿੱਸੇ ਦੇ ਵੱਲੋਂ ਗੱਲ ਕਹੀ ਜਾ ਰਹੀ ਹੈ, ਨੌਜਵਾਨ ਵਰਗ ਦੇ ਵੱਲੋਂ ਇੱਥੇ ਬੈਠ ਕੇ ਉਡੀਕ ਕਰੀ ਗਏ ਵੀ ਕੇਂਦਰ ਦੀ ਸਰਕਾਰ ਮੰਨੂਗੀ, ਉਹ ਤਾਂ ਮੰਨ ਕੇ ਰਾਜ਼ੀ ਹੀ ਨਹੀਂ। ਇਸ ਕਰਕੇ ਉਹਨਾਂ ਦੇ ਉੱਤੇ ਦਬਾਅ ਵਧਾਉਣਾ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਆ, ਪਰ ਸ਼ਾਂਤਮਈ ਤਰੀਕੇ ਦੇ ਨਾਲ। ਸੋ ਇਸ ਕਰਕੇ 23 ਤਰੀਕ ਨੂੰ ਬਹੁਤ ਅਹਿਮ ਮੰਨਿਆ ਜਾ ਰਿਹਾ ਵੀ ਜੇਕਰ ਉਸ ਦਿਨ ਕਿਸਾਨਾਂ ਨੇ ਕੂਚ ਕਰ ਲਿਆ ਦਿੱਲੀ ਦੇ ਵੱਲ ਤਾਂ ਉਦੋਂ ਕੀ ਪ੍ਰਸਥਿਤੀਆਂ ਹੋਣਗੀਆਂ। ਜੇਕਰ ਟਰੈਕਟਰ ਪਰੇਡ ਕੱਢਣ ਦੇ ਮੌਕੇ ਕਈ ਕੁਝ ਵਾਪਰਿਆ ਤਾਂ ਇਹ ਜਿਹੜੀ ਜੇਕਰ 40 ਲੱਖ ਟਰੈਕਟਰਾਂ ਦੀ ਇੱਕ ਪਰੇਡ ਨਿਕਲਦੀ ਆ ਜਾਂ ਪੈਦਲ ਮਾਰਚ ਵੀ ਕੀਤਾ ਜਾਂਦਾ ਹੈ, ਕੀ ਕੇਂਦਰ ਦੀ ਸਰਕਾਰ ਉਦੋਂ ਧੱਕਾ ਕਰੂ? ਕੀ ਉਦੋਂ ਪੁਲਿਸ ਆ ਜਿਹੜੀ ਦਿੱਲੀ ਦੀ ਉਹਦੇ ਵੱਲੋਂ ਧੱਕਾ ਕੀਤਾ ਜਾਊ? ਜਾਂ ਇਹ ਸਾਰਾ ਕੁਝ ਸ਼ਾਂਤਮਈ ਹੋਊ? ਤੇ ਜਾਂ ਫਿਰ ਇਹ ਸਾਰਾ ਕੁਝ ਕਰਨ ਤੋਂ ਪਹਿਲਾਂ, ਇਹ ਐਲਾਨ ਕਰਨ ਤੋਂ ਪਹਿਲਾਂ ਕੇਂਦਰ ਦੀ ਸਰਕਾਰ ਕਿਸਾਨੀ ਮੰਗਾਂ ਪ੍ਰਵਾਨ ਕਰ ਲੂ? ਇਹਦੇ ਵੱਲ ਸਭ ਦੀ ਨਿਗਾਹ ਟਿਕੀ ਰਹਿਣੀ ਆ। ਆਪਾਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਪਿਛਲੇ ਦਿਨੀ ਮਹਿਰਾਜ ਪਿੰਡ ਦੇ ਵਿੱਚ ਰੈਲੀ ਹੋਈ। ਲੱਖੇ ਸਿਧਾਣੇ ਨੇ ਉੱਥੇ ਗੱਲ ਕਹੀ ਆ ਕਿ ਨਵਾਂ ਤੇ ਵੱਡਾ ਪ੍ਰੋਗਰਾਮ ਕਿਸਾਨ ਆਗੂ ਛੇਤੀ ਤੋਂ ਛੇਤੀ ਦੇਣ, ਕਿਉਂਕਿ ਇਸ ਵਕਤ ਨੌਜਵਾਨ ਵਰਗ ਚਾਹੁੰਦਾ ਹੈ ਵੀ ਅਸੀਂ ਕੇਂਦਰ ਦੀ ਸਰਕਾਰ ਦੇ ਨਾਲ ਸਿੱਝ ਗਏ, ਅਸੀਂ ਤਿੰਨੇ ਖੇਤੀ ਕਾਨੂੰਨ ਵਾਪਸ ਕਰਨ ਦੇ ਲਈ ਹੋਰ ਦਬਾਅ ਬਣਾਈਏ। ਪਰ ਇਹ ਕਦੋਂ ਸਾਰਾ ਕੁਝ ਹੋਊਗਾ, ਇਹ ਹੁਣ ਤੁਸੀਂ ਤੈਅ ਕਰਨਾ। ਲੱਖੇ ਦੇ ਕਹਿਣ ਦੇ ਮੁਤਾਬਕ ਹੁਣ ਇਸ ਗੱਲ ਦੀ ਆਸ ਵੱਜਣੀ ਸ਼ੁਰੂ ਹੋਈ ਹੈ ਵੀ ਪਾਰਲੀਮੈਂਟ ਦੇ ਵੱਲ ਪੈਦਲ ਮਾਰਚ ਹੋਊਗਾ, ਕਿਉਂਕਿ 1 ਫਰਵਰੀ ਨੂੰ ਇਸ ਮਾਰਚ ਦੀ ਤਰੀਕ ਨੂੰ ਮਿੱਥਿਆ ਗਿਆ ਸੀ। ਪਰ ਜਿਸ ਤਰੀਕੇ ਦੇ ਨਾਲ 26 ਤਰੀਕ ਨੂੰ ਘਟਨਾਕ੍ਰਮ ਵਾਪਰਿਆ, ਉਸ ਤੋਂ ਬਾਅਦ ਕਿਸਾਨ ਆਗੂਆਂ ਨੇ ਕਾਲੇ ਕਦਮੀ ਇਸ ਮਾਰਚ ਨੂੰ ਰੱਦ ਕਰ ਦਿੱਤਾ ਸੀ 1 ਫਰਵਰੀ ਵਾਲੇ ਨੂੰ। ਸੋ ਇਹਨੂੰ ਅੱਗੇ ਪਾ ਦਿੱਤਾ ਗਿਆ ਸੀ। ਤੇ ਹੁਣ ਇਹ ਕਿਵੇਂ ਤੇ ਕਿਹੜੇ ਰੂਪ ਦੇ ਵਿੱਚ ਹੋਊਗਾ? ਇਹ ਟਰੈਕਟਰ ਪਰੇਡ ਦੇ ਰੂਪ 'ਚ ਹੋਊਗਾ, ਇਹ ਪੈਦਲ ਮਾਰਚ ਦੇ ਤੌਰ ਤੇ ਹੋਊਗਾ, ਇਹ ਪਾਰਲੀਮੈਂਟ ਦੇ ਘਿਰਾਓ ਦੇ ਰੂਪ ਦੇ ਵਿੱਚ ਹੋਊਗਾ। ਇਹਦੇ ਵੱਲ ਸਭ ਦੀ ਨਿਗਾਹ ਟਿਕੀ ਰਹਿਣੀ ਹੈ। ਭਾਰਤ ਦੀ ਸਰਕਾਰ ਦੇ ਵੱਲੋਂ ਹੁਣ ਨਵੇਂ ਫੈਸਲੇ ਕੀਤੇ ਜਾ ਰਹੇ ਆ ਜਾਇਦਾਦਾਂ ਵੇਚਣ ਦੇ। ਹੈਰਾਨੀ ਹੁੰਦੀ ਹੈ ਇਸ ਗੱਲ ਦੇ ਉੱਤੇ, ਜੇਕਰ ਤੁਹਾਡੀ ਕੋਈ ਜੱਦੀ ਪੁਸ਼ਤੀ ਜਾਇਦਾਦ ਹੋਵੇ ਜਾਂ ਤੁਹਾਡੇ ਘਰ ਦੇ ਵਿੱਚ ਕੋਈ ਵੀ ਚੀਜ਼ ਹੋਵੇ, ਭਾਵੇਂ ਉਹਦਾ ਮੁੱਲ 20 ਰੁਪਏ ਹੋਵੇ, ਭਾਵੇਂ 20 ਪੈਸੇ ਹੋਵੇ, ਭਾਵੇਂ 2 ਲੱਖ ਹੋਵੇ, ਜੀ ਨਹੀਂ ਕਰਦਾ, ਚਿੱਤ ਨਹੀਂ ਕਰਦਾ ਕਿ ਅਸੀਂ ਇਹਨੂੰ ਵੇਚ ਗਏ, ਕਿਉਂਕਿ ਅਸੀਂ ਮੰਨਦੇ ਹਾਂ ਕਿ ਉਹ ਸਾਡਾ ਸਰਮਾਇਆ। ਅਸੀਂ ਇਹ ਗੱਲ ਮੰਨਦੇ ਹਾਂ ਜੀ ਕਿ ਜੇਕਰ ਅਸੀਂ ਚੀਜ਼ ਨੂੰ ਵਧਾ ਨਹੀਂ ਸਕਦੇ, ਅਸੀਂ ਘਟਾਉਣਾ ਵੀ ਕਿਹੜੀ ਗੱਲੋਂ ਆ। ਪਰ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਗੱਲ ਮੀਡੀਆ ਦੇ ਮੂਹਰੇ ਹੁੱਬ ਕੇ ਕਹੀ ਹੈ ਕਿ 100 ਤੋਂ ਵੱਧ ਜਾਇਦਾਦਾਂ ਕੇਂਦਰ ਦੀ ਸਰਕਾਰ ਦੇ ਵੱਲੋਂ ਵੇਚਣ ਦੀ ਤਿਆਰੀ ਕਰ ਲਈ ਗਈ ਹੈ। ਉਹਨਾਂ ਨੇ ਕਿਹਾ ਜੀ ਕਿ 2.5 ਲੱਖ ਕਰੋੜ ਰੁਪਏ ਦੀਆਂ ਇਹ ਜਾਇਦਾਦਾਂ ਵੇਚ ਕੇ ਤੇ ਅਸੀਂ ਜਨ ਕਲਿਆਣ ਯੋਜਨਾਵਾਂ ਦੇ ਉੱਤੇ ਪੈਸਾ ਖਰਚ ਕਰਨਾ। ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਕਿ ਸਰਕਾਰਾਂ ਦਾ ਕੰਮ ਬਿਜ਼ਨਸ ਕਰਨਾ ਨਹੀਂ ਹੁੰਦਾ, ਸਰਕਾਰਾਂ ਹੁੰਦੀਆਂ ਲੋਕਾਂ ਦੇ ਭਲੇ ਦੇ ਵਾਸਤੇ, ਸਰਕਾਰਾਂ ਹੁੰਦੀਆਂ ਕਲਿਆਣਕਾਰੀ ਯੋਜਨਾ ਦੇ ਵਾਸਤੇ। ਪਰ ਅਸੀਂ ਹੁਣ ਇਹਨਾਂ ਜਾਇਦਾਦਾਂ ਦਾ ਜਿਨ੍ਹਾਂ ਦਾ ਫਾਇਦਾ ਕੋਈ ਨਹੀਂ, ਜਿਹੜੀਆਂ ਫਾਲਤੂ ਪਈਆਂ, ਜਿਹੜੀਆਂ ਕਿਸੇ ਕੰਮ ਨਹੀਂ ਆਉਂਦੀਆਂ, ਜਿਨ੍ਹਾਂ ਦਾ ਅੱਜ ਤੱਕ ਫਾਇਦਾ ਕੋਈ ਨਹੀਂ ਹੋਇਆ, ਉਹਨਾਂ ਨੂੰ ਵੇਚਣ ਦੀ ਤਿਆਰੀ ਹੈ। ਇੱਕ ਹੋਰ ਜਾਣਕਾਰੀ ਦੇਣੀ ਬਣਦੀ ਹੈ ਕਿ ਭਾਰਤ ਦੀ ਸਰਕਾਰ ਦੇ ਵੱਲੋਂ ਏਅਰ ਇੰਡੀਆ ਨੂੰ ਵੇਚਣ ਦੇ ਉੱਤੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਲਾਇਆ ਹੋਇਆ, ਪਰ ਗਾਹਕ ਕੋਈ ਨਹੀਂ ਸੀ ਲੱਭਦਾ। ਕਹਿੰਦੇ ਆ ਕਿ ਹੁਣ ਗਾਹਕ ਵੀ ਲੱਭ ਗਿਆ ਤੇ ਅਸੀਂ ਤਾਂ ਏਅਰ ਇੰਡੀਆ ਨੂੰ ਘਾਟੇ ਦੇ ਵਿੱਚੋਂ ਕੱਢ ਕੇ ਚਾਹ ਬਣਾਉਣਾ ਸੀ। ਪਰ ਕਹਿੰਦੇ ਆ ਵੀ ਚਾਹ ਹੁਣ ਇਸ ਗੱਲ ਦਾ ਚੜਿਆ ਹੋਇਆ ਕਿ ਆਪਾਂ ਨੂੰ ਗਾਹਕ ਲੱਭ ਗਿਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵੈਬੀਨਾਰ ਦੇ ਰਾਹੀਂ ਲੋਕਾਂ ਨੂੰ ਸੰਬੋਧਨ ਕੀਤਾ ਹੈ। ਇਸ ਦੌਰਾਨ ਉਹਨਾਂ ਨੇ ਸਰਕਾਰ ਦੀ ਵੱਖਰੀ ਯੋਜਨਾ ਦੇ ਬਾਰੇ ਵਿਚਾਰ ਵਟਾਂਦਰੇ ਕੀਤੇ ਨੇ। ਉਹਨਾਂ ਨੇ ਕਿਹਾ ਕਿ ਸਰਕਾਰ 100 ਬੰਦ ਪਈਆਂ ਸਰਕਾਰੀ ਜਾਇਦਾਦਾਂ ਵੇਚ ਕੇ 2.5 ਲੱਖ ਕਰੋੜ ਰੁਪਈਆ ਇਕੱਠਾ ਕਰਨ ਦੇ ਉੱਤੇ ਕੰਮ ਕਰ ਰਹੀ ਹੈ। ਇਹ ਵਿਸ਼ੇਸ਼ ਹੈ ਕਿ ਫਰਵਰੀ ਦੇ ਵਿੱਚ ਪੇਸ਼ ਕੀਤੇ ਗਏ ਆਮ ਬਜਟ ਦੇ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਸੀ ਕਿ ਸਰਕਾਰ ਨੇ
ਪੌਣੇ 2 ਲੱਖ ਕਰੋੜ ਰੁਪਏ ਦਾ ਟੀਚਾ ਮਿੱਥਿਆ। ਮੰਨਿਆ ਜਾਂਦਾ ਕਿ ਸਰਕਾਰ 에ਅਰ ਇੰਡੀਆ ਤੇ BPCL ਲਈ ਨਿਵੇਸ਼ ਯੋਜਨਾ ਜੁਲਾਈ ਅਗਸਤ ਤੱਕ ਪੂਰੀ ਕਰਨ ਦੀ ਤਿਆਰੀ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਕਾਰੋਬਾਰ ਕਰਨਾ ਸਰਕਾਰ ਦਾ ਕੰਮ ਨਹੀਂ, ਸਰਕਾਰ ਨੂੰ ਲੋਕ ਭਲਾਈ ਦੇ ਵੱਲ ਖਿਆਲ ਕਰਨਾ ਚਾਹੀਦਾ ਹੈ। ਸਰਕਾਰ ਕੋਲ ਅਜਿਹੀਆਂ ਬਹੁਤ ਸਾਰੀਆਂ ਜਾਇਦਾਦਾਂ ਨੇ ਜਿਨ੍ਹਾਂ ਦਾ ਪੂਰਾ ਇਸਤੇਮਾਲ ਨਹੀਂ ਕੀਤਾ ਜਾਂ ਵਿਅਰਥ ਪਈਆਂ ਹੋਈਆਂ ਨੇ। 100 ਅਜਿਹੀਆਂ ਜਾਇਦਾਦਾਂ ਬਾਜ਼ਾਰ ਦੇ ਵਿੱਚ ਉਭਾਰੀਆਂ ਜਾਣਗੀਆਂ ਤੇ 2.5 ਲੱਖ ਕਰੋੜ ਰੁਪਏ ਇਕੱਠੇ ਕੀਤੇ ਜਾਣਗੇ। ਮੋਦੀ ਨੇ ਕਿਹਾ ਕਿ ਸਰਕਾਰ ਮੁਦਰੀਕਰਨ ਤੇ ਆਧੁਨਿਕੀਕਰਨ ਦੇ ਉੱਤੇ ਧਿਆਨ ਕੇਂਦਰਿਤ ਕਰ ਰਹੀ ਹੈ। ਕੁਸ਼ਲਤਾ ਨਿੱਜੀ ਖੇਤਰ ਤੋਂ ਆਉਂਦੀ ਹੈ, ਰੁਜ਼ਗਾਰ ਮਿਲਦਾ ਹੈ। ਜਾਇਦਾਦ ਦੇ ਨਿੱਜੀਕਰਨ ਤੇ ਮੁਦਰੀਕਰਨ ਤੋਂ ਆਉਣ ਵਾਲੇ ਪੈਸੇ ਨੂੰ ਜਨਤਾ ਦੇ ਉੱਤੇ ਖਰਚ ਕੀਤਾ ਜਾਵੇਗਾ। ਜਨਤਕ ਖੇਤਰ ਦੀਆਂ ਕੰਪਨੀਆਂ ਦੇ ਉੱਤੇ ਇੱਕ ਵੈਬੀਨਾਰ ਦੇ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ 2021-2022 ਦੇ ਬਜਟ ਵਿੱਚ ਭਾਰਤ ਨੂੰ ਉੱਚ ਵਿਕਾਸ ਦੇ ਰਾਹ ਦੇ ਉੱਤੇ ਲਿਜਾਣ ਦੇ ਲਈ ਇੱਕ ਸਪਸ਼ਟ ਰੋਡ ਮੈਪ ਬਣਾਇਆ ਗਿਆ। ਉਹਨਾਂ ਕਿਹਾ ਕਿ ਬਹੁਤ ਸਾਰੇ ਜਨਤਕ ਖੇਤਰ ਦੇ ਕੰਮ ਘਾਟੇ ਦੇ ਵਿੱਚ ਨੇ, ਕਈਆਂ ਨੂੰ ਟੈਕਸ ਅਦਾ ਕਰਨ ਵਾਲਿਆਂ ਦੇ ਪੈਸੇ ਨਾਲ ਸਹਾਇਤਾ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰੀ ਕੰਪਨੀਆਂ ਸਿਰਫ ਇਸ ਲਈ ਨਹੀਂ ਚਲਾਉਣੀਆਂ ਚਾਹੀਦੀਆਂ ਕਿ ਉਹ ਸਾਡੀ ਵਿਰਾਸਤ ਹਨ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਿਹਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਸਮੇਂ-ਸਮੇਂ ਦੇ ਉੱਤੇ ਬਹੁਤ ਕੁਝ ਠੇਕੇ ਦੇ ਉੱਤੇ ਦੇ ਦਿੱਤਾ ਗਿਆ। ਮੈਂ ਸਭ ਤੋਂ ਵੱਧ ਉਸ ਵਕਤ ਹੈਰਾਨ ਹੋਇਆ ਸੀ ਜਦੋਂ ਡਾਲਮੀਆ ਗਰੁੱਪ ਦੇ ਕੋਲੇ ਲਾਲ ਕਿਲ੍ਹਾ ਵੀ ਠੇਕੇ ਦੇ ਉੱਤੇ ਦੇ ਦਿੱਤਾ ਗਿਆ। ਬਹੁਤ ਸਾਰੇ ਏਅਰਪੋਰਟ ਆ ਜਿਹੜੇ ਉਹ ਨਿੱਜੀ ਹੱਥਾਂ ਦੇ ਵਿੱਚ ਕਰ ਦਿੱਤੇ ਗਏ ਆ। ਜਿਹੜੀਆਂ ਸਰਕਾਰੀ ਜਾਇਦਾਦਾਂ ਉਹਨਾਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ। ਕੁਝ ਸਰਕਾਰੀ ਬੈਂਕਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ, ਕਈ ਨਿੱਜੀ ਬੈਂਕਾਂ ਦਾ ਸਰਕਾਰੀਕਰਨ ਕੀਤਾ ਜਾ ਰਿਹਾ। ਇਹੋ ਜਿਹੀਆਂ ਕਈ ਵਾਰ ਖਬਰਾਂ ਆਉਂਦੀਆਂ ਜਿਹੜੀਆਂ ਕਿ ਹੈਰਾਨ ਕਰਦੀਆਂ। ਉਸ ਤੋਂ ਅਗਲੀ ਗੱਲ ਇਹ ਹੈਗੀ ਹੈ ਕਿ ਜਿਸ ਤਰੀਕੇ ਦੇ ਨਾਲ ਦੇਸ਼ ਦੀਆਂ ਜਾਇਦਾਦਾਂ ਵੇਚੀਆਂ ਜਾ ਰਹੀਆਂ, ਇਹਦੇ ਉੱਤੇ ਆਮ ਬੰਦੇ ਸਵਾਲ ਹੀ ਕਰ ਸਕਦੇ ਆ, ਇਹਦੇ ਉੱਤੇ ਆਲੋਚਨਾ ਹੀ ਹੋ ਸਕਦੀ ਆ, ਇਹਦੇ ਉੱਤੇ ਕੋਈ ਹੋਰ ਕੁਝ ਕਰ ਵੀ ਨਹੀਂ ਸਕਦਾ। ਨਾਗਰਿਕ ਹੋਣ ਦੇ ਨਾਤੇ, ਵੋਟਰ ਹੋਣ ਦੇ ਨਾਤੇ ਬਹੁ ਗਿਣਤੀ ਲੋਕ ਇਹ ਗੱਲ ਕਹਿੰਦੇ ਆ ਵੀ ਜਾਇਦਾਦਾਂ ਵੇਚ-ਵੇਚ ਕੇ ਸਰਕਾਰ ਚਲਾਉਣਾ ਕੋਈ ਬਹੁਤੀ ਵੱਡੀ ਪ੍ਰਾਪਤੀ ਨਹੀਂ। ਜੇਕਰ ਅੱਜ ਸਰਕਾਰ ਆਪਣੇ ਮੂੰਹੋਂ ਇਹ ਗੱਲ ਕਹਿ ਰਹੀ ਹੈ ਕਿ ਵਪਾਰ ਕਰਨਾ ਸਾਡੇ ਹਿੱਸੇ ਦੀ ਗੱਲ ਨਹੀਂ, ਤਾਂ ਫਿਰ ਇਹਦਾ ਮਤਲਬ ਇਹ ਆ ਸਪਸ਼ਟ ਤੌਰ ਦੇ ਉੱਤੇ ਕਿ ਅਸੀਂ ਕਾਰਪੋਰੇਟ ਘਰਾਣਿਆਂ ਦੇ ਮੂਹਰੇ ਗੋਡੇ ਟੇਕੇ ਹੋਏ ਆ ਵੀ ਆਹ ਵੀ ਚੀਜ਼ ਚੱਕ ਲਓ, ਆਹ ਵੀ ਚੀਜ਼ ਚੱਕ ਲਓ, ਆਹ ਵੀ ਲੈ ਲਓ, ਆਹ ਵੀ ਲੈ ਲਓ, ਸਾਡੇ ਹੱਥ ਖੜੇ ਆ, ਅਸੀਂ ਕੋਈ ਅਦਾਰਾ ਨਹੀਂ ਚਲਾ ਸਕਦੇ। ਤੇ ਨਾਲੇ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਵੀ ਜਦੋਂ ਹਰ ਖੇਤਰ ਦੇ ਵਿੱਚ, ਖੇਤੀਬਾੜੀ ਦੇ ਖੇਤਰ ਦੇ ਵਿੱਚ, ਹੋਰ ਵੱਖ-ਵੱਖ ਕੰਮਾਂ ਦੇ ਵਿੱਚ ਅੰਬਾਨੀਆਂ ਤੇ ਅਡਾਨੀਆਂ ਦੀ ਘੁਸਪੈਠ ਹੋਣੀ ਆ, ਤਾਂ ਉਸ ਤੋਂ ਬਾਅਦ ਆਪਾਂ ਕੀ ਕਵਾਂਗੇ ਕਿ ਭਾਈ ਇਹ ਆਮ ਲੋਕਾਂ ਦੇ ਲਈ ਕਾਰੋਬਾਰ ਹੋ ਸਕਦੇ ਆ। ਆਪਾਂ ਕੀ ਇਸ ਗੱਲ ਦੇ ਵਿੱਚ ਕਵਾਂਗੇ ਕਿ ਜੀ ਦੇਸ਼ ਦੇ ਵਿੱਚ ਸਿਰਫ 2-4 ਪਰਿਵਾਰਾਂ ਦਾ ਬੋਲਬਾਲਾ ਨਹੀਂ ਆ। ਸੋ ਲੋੜ ਇਸ ਵਕਤ ਇਸ ਗੱਲ ਦੀ ਆ ਕਿ ਦੇਸ਼ ਨੂੰ ਆਰਥਿਕ ਪੱਧਰ ਦੇ ਉੱਤੇ ਆਪਣੀਆਂ ਨੀਤੀਆਂ ਦੇ ਨਾਲ ਉੱਚਾ ਚੁੱਕਿਆ ਜਾਵੇ। ਪਰ ਦੇਸ਼ ਦੇ ਵਿੱਚ ਹਰ ਚੀਜ਼ ਮਹਿੰਗੀ ਆ। ਜਿਹੜੇ ਤਾਂ ਬੇਹੱਦ ਜਨੂਨੀ ਭਗਤ ਆ ਉਹ ਕਹਿੰਦੇ ਭਾਵੇਂ 500 ਰੁਪਈਆ ਪੈਟਰੋਲ ਹੋ ਜਾਏ ਕੋਈ ਫਰਕ ਨਹੀਂ, ਆਪਾਂ ਦੇਸ਼ ਮਜ਼ਬੂਤ ਕਰਨਾ। ਪਰ ਲੋਕਾਂ ਦੀ ਚੀਕ ਕਿਵੇਂ ਨਿਕਲੀ ਹੈ? ਕਿਉਂਕਿ ਪਿਛਲੇ ਕੁਝ ਕੁ ਦਿਨਾਂ ਦੇ ਵਿੱਚ 150 ਰੁਪਈਏ ਤੋਂ ਵੱਧ ਗੈਸ ਸਿਲੰਡਰ ਮਹਿੰਗਾ ਹੋ ਗਿਆ। ਇਸ ਤੋਂ ਇਲਾਵਾ ਇਸ ਵਕਤ ਪੈਟਰੋਲ ਭਾਰਤ ਦੇ ਵਿੱਚ 100 ਰੁਪਈਆ ਹੋ ਗਿਆ। ਡੀਜ਼ਲ ਆ ਜਿਹੜਾ ਉਹ ਪੈਟਰੋਲ ਦੀ ਕੀਮਤ ਨੂੰ ਛੂਹਣ ਵਾਸਤੇ ਤਿਆਰ ਬੈਠਾ ਹੈ। ਮੰਨਿਆ ਜਾ ਰਿਹਾ ਵੀ ਇਸ ਚਾਲੂ ਵਰ੍ਹੇ ਦੇ ਵਿੱਚ ਹੋ ਸਕਦਾ 125 ਰੁਪਈਆ ਲੀਟਰ ਵੀ ਪੈਟਰੋਲ ਹੋ ਜੇ। ਤੇ ਹਾਲੇ ਅਸੀਂ ਆਰਥਿਕ ਤੌਰ ਦੇ ਉੱਤੇ ਮਜ਼ਬੂਤ ਹਾਂ ਤੇ ਇੰਨਾ ਕੁਝ ਕਰਨ ਦੇ ਬਾਵਜੂਦ ਅਸੀਂ ਇਹ ਗੱਲ ਕਹਿੰਦੇ ਆ ਕਿ ਭਾਰਤ ਦੇ ਲੋਕਾਂ ਦੇ ਕੋਲੇ ਪੈਸਾ ਬਹੁਤ ਹੈ। ਤੇ ਪੈਸਾ ਕਿੱਥੇ ਆ? ਗਰੀਬ ਲੋਕ ਇਸ ਵਕਤ ਤਰਾਹ-ਤਰਾਹ ਕਰ ਰਹੇ ਆ। ਦਰਮਿਆਨੇ ਲੋਕਾਂ ਦੀ ਚੀਕ ਨਿਕਲੀ ਪਈ ਹੈ। ਰਸੋਈ ਦੇ ਵਿੱਚੋਂ ਚੀਜ਼ਾਂ ਗਾਇਬ ਹੋ ਰਹੀਆਂ ਤੇ ਸਰਕਾਰੀ ਜਾਇਦਾਦਾਂ ਵੇਚਣ ਦੀ ਤਿਆਰੀ ਕੀਤੀ ਗਈ ਹੈ। ਇਹੀ ਇਸ ਵਕਤ ਤਰੱਕੀ ਹੈ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।